MLA साहब की पोजीशन ये बन चुकी है, वो जान बुझ के ਜਿਹੜੇ MCਆਂ ਨੇ ਇਹ ਕੰਮ ਕਰਾਏ ਉਹਨਾਂ ਦੀ ਬੇਇੱਜ਼ਤੀ ਕਰ ਰਹੇ ਆ। ਉਹਨਾਂ ਦੇ ਵਾਰਡ 'ਚ ਜਾ ਕੇ ਉਹਨਾਂ ਦੇ ਘਰ ਦੇ ਕੋਲ ਖੜ ਕੇ ਦੂਸਰੇ ਬੰਦੇ ਨੂੰ ਨਾਲ ਲੈ ਕੋਈ ਵੀ ਜ਼ਰੂਰੀ ਨਹੀਂ ਸਮਝਦੇ ਵੀ ਉਸ ਜਿਹੜਾ ਜਿਹਨੇ ਇੰਨੇ 5 ਸਾਲ ਨੁਮਾਇੰਦਗੀ ਕੀਤੀ ਇਸ ਵਾਰਡ ਦੀ ਉਹਨੂੰ ਵੀ ਨਾਲ ਬੁਲਾ ਲਈਏ। ਜਦੋਂ ਕਿ MLA ਸਾਹਿਬ ਹੈ, MLA ਸਾਰੇ ਸ਼ਹਿਰ ਦੇ ਆ, ਉਹ ਕੱਲੇ ਕਾਂਗਰਸੀਆਂ ਦੇ MLA ਨਹੀਂ ਗੇ, ਜਿਹੜੇ MC ਜਿੱਤ ਕੇ ਆਏ ਹੋਏ ਆ, ਜਿੱਤੇ ਹੋਏ ਪੁਰਾਣੇ MC ਆ, ਉਹ ਵੀ ਉਹਨਾਂ ਦੇ ਵਸਨੀਕ ਆ ਸ਼ਹਿਰ ਦੇ, ਉਹਨਾਂ ਨੂੰ ਵੀ ਸਤਿਕਾਰ ਮਿਲਣਾ ਚਾਹੀਦਾ। ਪਰ MLA ਸਾਹਿਬ ਦੀ ਇੱਕ ਆਦਤ ਬਣ ਗਈ ਹੈ ਕੀਤੀ ਕਰਾਈ ਚੀਜ਼ ਦੇ ਉੱਪਰ ਠੱਪਾ ਲਾਉਣ ਦੀ। ਅੱਜ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਹੇਠ ਅਕਾਲੀ ਦਲ ਦੇ ਸਾਬਕਾ ਕੌਂਸਲਰ ਨੇ ਇਕੱਠੇ ਹੋ ਕੇ ਇੱਕ ਕਾਨਫਰੰਸ ਕੀਤੀ। ਇਸ ਪ੍ਰੈਸ ਮੀਟਿੰਗ ਵਿੱਚ ਲਗਭਗ 25 ਤੋਂ 30 ਦੇ ਕਰੀਬ ਕੌਂਸਲਰਾਂ ਨੇ ਭਾਗ ਲਿਆ। ਇਸ ਮੌਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ, ਸਭ ਤੋਂ ਪਹਿਲਾਂ ਨਿਗਮ ਦੀ ਕਮਿਸ਼ਨਰ ਮੈਡਮ ਨੇ ਕਿਸੇ ਵੀ ਵਾਰਡ ਵਿੱਚ ਕੰਮ ਨਹੀਂ ਚੱਲਣ ਦਿੱਤੇ, ਕਿਉਂਕਿ ਉਹ ਹਲਕਾ ਵਿਧਾਇਕ ਦੇ ਇਸ਼ਾਰਿਆਂ ਤੇ ਚੱਲਦੀ ਹੈ, ਜਿਸ ਨੇ ਹਮੇਸ਼ਾ ਕੌਂਸਲਰਾਂ ਦਾ ਏਕਾ ਨਾ ਹੋਣ ਦੇ ਬਹਾਨੇ ਲਗਾਉਂਦੀ ਰਹੀ ਅਤੇ ਕਿਸੇ ਵੀ ਵਾਰਡ ਦਾ ਕੰਮ ਸਹੀ ਤਰੀਕੇ ਨਾਲ ਨਹੀਂ ਹੋਣ ਦਿੱਤਾ ਅਤੇ ਨਾ ਹੀ ਪਾਸ ਕੀਤਾ। ਹੁਣ ਜਦੋਂ ਨਿਗਮ ਦੇ ਕੌਂਸਲਰਾਂ ਦਾ ਕਾਰਜਕਾਲ ਪੂਰਾ ਹੋ ਗਿਆ ਤੇ ਹਲਕਾ ਵਿਧਾਇਕ ਨਾਲ ਮਿਲ ਕੇ ਵੱਖ-ਵੱਖ ਵਾਰਡਾਂ ਵਿੱਚ ਨਵੇਂ ਆਗੂਆਂ ਨੂੰ ਮਜ਼ਬੂਤ ਕਰਨ ਲਈ ਕੰਮ ਚਲਾ ਦਿੱਤੇ, ਜਿਸ ਤੋਂ ਹੁਣ ਸਾਰੇ ਕੌਂਸਲਰ ਸਾਹਿਬਾਨ ਦੁਖੀ ਹੋ ਗਏ ਹਨ। ਅੱਜ ਜੀ ਅਸੀਂ ਇੱਥੇ ਸਾਰੇ ਹੀ MC ਸਾਹਿਬਾਨ ਜੋ ਮੋਗਾ ਨਗਰ ਨਿਗਮ ਦੇ ਆਪਦੀ ਟਰਮ ਹਟਾ ਕੇ ਆਏ ਆ, ਉਹ ਸਾਰੇ ਇਕੱਤਰਤ ਹੋ ਕੇ ਅੱਜ ਅਸੀਂ ਜਿਹੜੀ ਸੰਬੋਧਨ ਕੀਤਾ ਪ੍ਰੈਸ ਨੂੰ, ਔਰ ਸਾਰਿਆਂ ਨੇ ਇੱਕੋ ਹੀ ਚਰਚਾ ਦਾ ਵਿਸ਼ਾ ਸੀ ਸਾਡਾ ਕਿ ਜਿਹੜੇ ਸਾਡੇ ਇੱਥੋਂ ਦੇ ਵਿਧਾਇਕ ਨੇ ਮੋਗੇ ਸ਼ਹਿਰ ਜਾਂ ਮੋਗੇ ਹਲਕੇ ਦੇ, ਉਹ ਵਿਧਾਇਕ ਸਾਹਿਬ ਕਿਸ ਪੱਧਰ ਤੇ ਆਪਦੇ ਕੋਲੇ ਕਿਸ ਕਾਨੂੰਨ ਦੇ ਤਹਿਤ ਜਦ ਕਿ ਮਤਾ ਪਿਆ ਹੋਇਆ ਉਹਨਾਂ ਨੇ ਆਪਦੇ ਕੋਲੇ ਕਮਰਾ ਰੱਖਿਆ ਹੋਇਆ, ਇੰਟਰਫੀਅਰੈਂਸ ਸਾਹਿਬ ਦੀ ਵਧਾਈ ਹੋਈ ਹੈ। ਔਰ ਇਹਦੇ ਇਲਾਵਾ ਜਿੰਨੇ ਕੰਮਕਾਰ ਇਹਨਾਂ ਦੇ ਟਰਮ ਵਿੱਚ ਬਣੇ ਜਾਂ ਇਹਨਾਂ ਨੇ ਪਾਸ ਕੀਤੇ, ਉਹਨਾਂ ਤੇ ਆਪਦੀਆਂ ਮੋਹਰਾਂ ਲਾ ਲਾ ਕੇ ਪਹਿਲਾਂ ਕਿਸੇ ਨੂੰ ਕੋਈ ਕੰਮ ਸ਼ੁਰੂ ਕਰਨ ਨਹੀਂ ਦਿੱਤਾ, ਹੁਣ ਟੱਕ ਲਾ ਲਾ ਕੇ ਇੱਕ ਫੂਕੀ ਸ਼ੋਹਰਤ ਦੀ ਖਾਤਰ ਸਾਡੇ ਦਰਕਨਾਰ ਕੀਤਾ ਜਾ ਰਿਹਾ ਸਾਰੇ MC ਸਾਹਿਬਾਨਾਂ ਨੂੰ। ਔਰ ਸਭ ਤੋਂ ਵੱਡੀ ਗੱਲ ਹੈ ਕਿ ਸਾਡੇ ਸਾਰੇ ਹੀ MC ਸਾਹਿਬਾਨ ਪਹਿਲਾਂ ਵੀ ਇੱਕ ਪਲੇਟਫਾਰਮ ਤੇ ਇਕੱਠੇ ਸੀ, ਅੱਜ ਵੀ ਇਕੱਠੇ ਆ। ਸਾਡੇ BJP ਦੇ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਜੀ ਬੈਠੇ ਆ, ਸੀਨੀਅਰ ਅਕਾਲੀ ਆਗੂ ਸਾਹਿਬਾਨ ਸਾਰੇ ਬੈਠੇ ਆ। ਸੋ ਮੈਂ ਸਮਝਦਾ ਦਰਜਾ ਬਦਰਜਾ ਸਾਰੇ ਹੀ ਆਗੂ ਸਾਹਿਬਾਨਾਂ ਨੇ ਆਪਣੇ ਇਸ ਪੱਧਰ ਤੇ ਬਿਆਨ ਦਿੱਤਾ ਹੈ ਕਿ ਸਾਡੇ ਮੋਗੇ ਸ਼ਹਿਰ 'ਚ ਨਗਰ ਨਿਗਮ ਵਿੱਚ ਜੋ ਡਿਵੈਲਪਮੈਂਟ ਵਿਕਾਸ ਦਾ ਕੰਮ ਚੱਲ ਰਿਹਾ, ਇਹ ਤਾਂ ਬਹੁਤ ਪਹਿਲਾਂ ਚੱਲਣਾ ਚਾਹੀਦਾ ਸੀ, ਲੇਕਿਨ ਵਿਧਾਇਕ ਦੀ ਹਦਾਇਤ ਤੇ ਅਫਸਰਾਂ ਨੇ ਜਾਂ ਠੇਕੇਦਾਰਾਂ ਨੇ ਕੁਝ ਰਲ ਮਿਲ ਕੇ ਇਹੋ ਜਿਹੀਆਂ ਗੱਲਾਂ ਬਾਤਾਂ ਕੀਤੀਆਂ ਕਿ ਉਹਨਾਂ ਨੂੰ ਲੱਗਦਾ ਸੀ ਵੀ MC ਸਾਹਿਬਾਨ ਆਪਣੀ ਟਰਮ ਪੂਰੀ ਕਰਕੇ ਘਰ ਨੂੰ ਜਾਣ, ਉਹਦੇ ਬਾਅਦ ਅਸੀਂ ਆਪਣੀ ਮਰਜ਼ੀ ਨਾਲ ਟੱਕ ਲਾਵਾਂਗੇ, ਆਪਣੀ ਮਰਜ਼ੀ ਨਾਲ ਡਿਵੈਲਪਮੈਂਟ ਕਰਾਂਗੇ ਜਾਂ ਨਾ ਕਰਾਂਗੇ, ਸਾਡੀ ਆਪਣੀ ਮਰਜ਼ੀ ਚੱਲੂਗੀ। ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਵੀ ਡਿਵੈਲਪਮੈਂਟ ਵਿਕਾਸ ਦੇ ਪੱਧਰ ਤੇ ਇਹੋ ਜਿਹੀ ਰਾਜਨੀਤੀ ਨਹੀਂ ਚਾਹੀਦੀ। ਔਰ ਜੇਕਰ ਵਿਧਾਇਕ ਦੇ ਕੋਲੇ ਪੂਰੀ ਨੌਲੇਜ ਨਹੀਂ, ਨਾ ਤੁਹਾਨੂੰ ਇਹ ਪਤਾ ਲੱਗਦਾ ਵੀ ਕਿਹੜੀ ਸੜਕ ਹੈ ਤੇ ਕਿਹੜੀ ਤੇ ਇੰਟਰਲੋਕਿੰਗ ਜਿਹੜੀ ਬਣਨੀ ਹੈ, ਔਰ ਕਈ ਗੱਲਾਂ ਉਹਦੇ ਕੋਲੇ ਦਿਮਾਗ 'ਚ ਹੈ ਹੀ ਨਹੀਂ, ਉਹਨੂੰ ਪਾਈਆਂ ਨਹੀਂ ਜਾਂਦੀਆਂ, ਦੱਸੀਆਂ ਨਹੀਂ ਜਾਂਦੀਆਂ, ਨਾ ਅਫਸਰਾਂ ਨੂੰ ਪਤਾ ਲੱਗਦਾ ਨਾ ਇਹਨਾਂ ਨੂੰ ਪਤਾ ਲੱਗਦਾ। ਲੇਕਿਨ ਉਹ ਸਿਰਫ ਤੇ ਸਿਰਫ ਇੱਕ MC ਸਾਹਿਬਾਨਾਂ ਨੂੰ ਗਿਆਨ ਹੁੰਦਾ, ਕਿਉਂਕਿ ਉਹਨਾਂ ਨੇ ਆਪਦੇ ਹੱਥੀਂ ਮਤੇ ਪਾਸ ਕੀਤੇ ਹੁੰਦੇ ਆ, ਉਹਨਾਂ ਨੂੰ ਸਾਰੀ ਡਿਵੈਲਪਮੈਂਟ ਵਿਕਾਸ ਬਾਰੇ ਬਜਟ ਦਾ ਪਤਾ ਹੁੰਦਾ, ਔਰ ਉਹਨਾਂ ਨੂੰ ਇਹ ਪਤਾ ਹੁੰਦਾ ਵੀ ਜਿਹੜੀ ਚੀਜ਼ ਲੱਗ ਰਹੀ ਹੈ, ਇੱਟ ਲੱਗ ਰਹੀ ਹੈ, ਅੱਬਲ ਇੱਟ ਲੱਗ ਰਹੀ ਹੈ, ਜੇ ਇੰਟਰਲੋਕਿੰਗ ਟਾਇਲ ਲੱਗ ਰਹੀ ਹੈ ਤਾਂ ਕਿਸ ਤਰ੍ਹਾਂ ਦੀ ਲੱਗ ਰਹੀ ਹੈ। ਮੈਂ ਬੜਾ ਹੈਰਾਨ ਹਾਂ ਇਸ ਗੱਲ ਤੇ। ਅਸੀਂ ਵੀ ਡਿਵੈਲਪਮੈਂਟ ਵਿਕਾਸ ਕਰਾਉਂਦੇ ਰਹੇ, ਜਥੇਦਾਰ ਤੋਤਾ ਸਿੰਘ ਜੀ ਦੀ ਅਗਵਾਈ 'ਚ ਬੜੀ ਸ਼ਹਿਰ 'ਚ ਡਿਵੈਲਪਮੈਂਟ ਹੋਈ ਹੈ, ਪਰ ਮੈਂ ਆਪ ਨਗਰ ਕੌਂਸਲ ਦਾ ਪ੍ਰਧਾਨ ਵੀ ਰਿਹਾ। ਅਸੀਂ ਸਾਰਿਆਂ ਨੂੰ ਨਾਲ ਲੈਂਦੇ ਹੁੰਦੇ ਸੀ ਔਰ ਤਕਰੀਬਨ ਸਾਰਿਆਂ ਤੋਂ ਖੜਾ ਕੇ ਬਜ਼ੁਰਗਾਂ ਤੋਂ ਟੱਕ ਲਵਾਉਂਦੇ ਸੀ ਔਰ ਉਹਨਾਂ ਨੂੰ ਡਿਵੈਲਪਮੈਂਟ ਦਾ ਸਾਰਾ ਦੱਸ ਕੇ ਜਾਂਦੇ ਸੀ ਵੀ ਤੇ ਇੰਨਾ ਬਜਟ ਹੈ, ਇੰਨੇ ਦਿਨਾਂ 'ਚ ਇਹਦਾ ਕੰਮ ਸ਼ੁਰੂ ਹੋਊਗਾ ਔਰ ਇੰਨੇ ਦਿਨਾਂ 'ਚ ਕੰਮ ਦੀ ਸਮਾਪਤੀ ਹੋਊਗੀ। ਬੜੇ ਅਫਸੋਸ ਨਾਲ ਕਹਿਣਾ ਪੈਂਦਾ ਵੀ ਵਿਧਾਇਕ ਟੱਕ ਲਾ ਲਾ ਕੇ ਅੱਗੇ ਤੁਰਿਆ ਜਾ ਰਿਹਾ, ਅੱਗਾ ਦੌੜ ਤੇ ਪਿੱਛਾ ਚੌੜ। ਕੋਈ ਵੀ ਸੜਕ ਹਜੇ ਤੱਕ ਸਿਰੇ ਨਹੀਂ ਲੱਗੀ, ਕੋਈ ਵੀ ਗਲੀ ਹਜੇ ਤੱਕ ਸਿਰੇ ਨਹੀਂ ਲੱਗੀ। ਸੋ ਮੇਰਾ ਮਤਲਬ ਕਹਿਣ ਦਾ ਇੱਕ ਸਸਤੀ ਸ਼ੋਹਰਤ ਲੈਣ ਦੀ ਖਾਤਰ ਵਿਧਾਇਕ ਦੇ ਜਿਹੜੇ ਕਾਰਜ ਕੀਤੇ ਜਾ ਰਹੇ ਆ ਕਾਲੀਆਂ ਐਨਕਾਂ ਲਾ ਕੇ, ਤਾਂ ਮੇਰੀ ਬੇਨਤੀ ਹੈ ਵੀ ਉਹ ਥੋੜਾ ਜਿਹਾ ਐਨਕਾਂ ਲਾ ਕੇ ਨਾ ਲੋਕਾਂ ਨੂੰ ਚੰਗੀ ਤਰ੍ਹਾਂ ਦੇਖਣ ਦੀ ਕੋਸ਼ਿਸ਼ ਕਰਨ। ਵਿਧਾਇਕ ਇੱਕ ਸੇਵਾਦਾਰ ਹੁੰਦਾ, ਇੱਕ ਐਕਟਰ ਨਹੀਂ ਹੁੰਦਾ। ਇਹ ਇੱਕ ਸੇਵਾਦਾਰ ਹੁੰਦਾ, ਇਹ ਇੱਕ ਪਬਲਿਕ ਪ੍ਰਾਪਰਟੀ ਹੁੰਦਾ ਨੇਤਾ, ਔਰ ਇਹ ਜਦੋਂ ਮਰਜ਼ੀ ਲੋਕ ਉਹਨੂੰ ਸਵਾਲ ਕਰ ਸਕਦੇ ਆ, ਜਦੋਂ ਮਰਜ਼ੀ ਲੋਕ ਉਹਨੂੰ ਜਾ ਕੇ ਫੜ ਸਕਦੇ ਆ ਘਰੋਂ ਔਰ ਨਾਲ ਗੱਲ ਕਰ ਸਕਦੇ ਆ ਕਿ ਵੀ ਆਹ ਕਿਸ ਤਰ੍ਹਾਂ ਹੋ ਰਿਹਾ, ਇਹ ਕਿਉਂ ਹੋ ਰਿਹਾ। ਇਹ ਸਾਰੇ ਜਵਾਬ ਆ ਜਿਹੜੇ ਪਬਲਿਕ ਨੂੰ ਦੇਣੇ ਪੈਂਦੇ ਹੁੰਦੇ ਆ, ਔਰ ਜਿਹੜੇ ਚੁਣੇ ਜਾਂਦੇ ਆ ਨੇਤਾ ਉਹਨਾਂ ਨੂੰ ਖਾਸ ਕਰਕੇ ਗੱਲਾਂ ਦਾ ਧਿਆਨ ਰੱਖਣਾ ਪੈਂਦਾ। ਸੋ ਮੈਂ ਬੇਨਤੀ ਕਰੂੰਗਾ ਕਿ ਵਿਧਾਇਕ ਸਾਹਿਬ ਧਰਤੀ ਤੇ ਆਓ, ਅਸਮਾਨ 'ਚ ਨਾ ਉੱਡੋ, ਔਰ ਜਿਹੜੀਆਂ ਡਿਵੈਲਪਮੈਂਟ ਵਿਕਾਸ ਦੀਆਂ ਕਟਾਰਾਂ ਤੁਸੀਂ ਮਾਰਦੇ ਸੀ ਨਾ, ਇੱਕ ਵੀ ਸਾਡੇ ਮੋਗੇ ਸ਼ਹਿਰ 'ਚ ਅੱਜ ਤੱਕ ਤੁਸੀਂ ਇੱਟ ਨਹੀਂ ਲਾ ਸਕੇਗੇ। ਹਸਪਤਾਲ ਜਿੱਥੇ ਅਸੀਂ ਬਣਾ ਕੇ ਛੱਡ ਕੇ ਉੱਥੇ ਹੀ ਖੜਾ। ਕੋਈ ਜੇ ਸੈਕਟਰੀਏਟ ਬਣਾਤਾ ਉਹਦੀ ਕਿਸੇ ਨੇ ਰੰਗ ਨਹੀਂ ਕਰਾਇਆ, ਮੁੜ ਕੇ ਜੇ ਸਕੂਲ ਬੋਰਡ ਦੀ ਬਿਲਡਿੰਗ ਬਣਾਤੀ ਉਹਦਾ ਰੰਗ ਨਹੀਂ ਕਰਾਇਆ ਕਿਸੇ ਨੇ, ਜੇ ਬੱਸ ਅੱਡਾ ਅਕਾਲੀ ਦਲ BJP ਨੇ ਬਣਾਇਆ ਤਾਂ ਉਹਦਾ ਕਿਸੇ ਨੇ ਰੰਗ ਨਹੀਂ ਮੁੜ ਕੇ ਕਰਾਇਆ।
ਤੇ ਮੇਰਾ ਮਤਲਬ ਕਹਿਣ ਦਾ ਵੀ ਜੇ ਕੋਈ ਸਫਾਈ ਮੁਲਾਜ਼ਮ ਕਰਦਾ ਤਾਂ ਉਹਦੇ ਕੋਲੇ ਫੋਟੋ ਲਵਾ ਲਈ, ਤੇ ਜੇ ਕੋਈ ਗਟਰ ਦਾ ਢੱਕਣ ਚੱਕ ਰਿਹਾ ਤਾਂ ਉਹਦੇ ਕੋਲੇ ਫੋਟੋ ਲਵਾ ਲਈ। ਇਹ ਸਸਤੀ ਸ਼ੌਹਰਤ ਹੈ। ਐਮਐਲਏ ਸਾਹਿਬ ਤੁਹਾਡਾ ਸਟੇਟਸ ਬਹੁਤ ਵੱਡਾ ਹੁੰਦਾ, ਕਣਕ ਦੀਆਂ ਬੋਰੀਆਂ ਕੋਲੇ ਫੋਟੋ ਲਵਾ ਲਈ, ਕਿਲੋ ਕਿਸ ਨੂੰ ਕਣਕ ਦੇ ਰਹੇ ਉਹਦੀ ਫੋਟੋ ਲਵਾ ਲਈ। ਇਹ ਗੱਲਾਂ ਨਾਲ ਕੁਝ ਨਹੀਂ ਲੱਭਣਾ। ਡਿਵੈਲਪਮੈਂਟ ਵਿਕਾਸ ਮੁੱਖ ਮੰਤਰੀ ਕੋਲੇ ਬਹਿ ਕੇ ਮੋਗੇ ਸ਼ਹਿਰ ਵਾਸਤੇ ਕੋਈ ਨਿੱਘਰ ਸੋਚ ਲੈ ਕੇ ਆਓ, ਤਾਂ ਜੋ ਲੋਕ ਤੁਹਾਨੂੰ ਪਸੰਦ ਕਰਨ, ਪਿਆਰ ਕਰਨ। ਤੁਹਾਨੂੰ ਲੋਕਾਂ ਨੇ ਚੁਣਿਆ, 80 ਐਮਐਲਏ, ਤੁਹਾਡੀ ਏਡੀ ਵੱਡੀ ਸਰਕਾਰ ਚੱਲ ਰਹੀ ਆ। ਸੋ ਮੈਂ ਬੇਨਤੀ ਕਰਦਾ ਕਿ ਐਮਐਲਏ ਸਾਹਿਬ ਜਿਹੜੇ ਐਮਸੀ ਸਾਹਿਬਾਨਾਂ ਦੇ ਹੱਥੀਂ ਆਪਦੇ ਮਤੇ ਪਾਸ ਕੀਤੇ ਆ, ਔਰ ਮਤਿਆਂ ਦੇ ਰਾਹੀਂ ਉਹ ਕੰਮ ਅੱਜ ਨਿਪਰੇ ਚੜ੍ਹਨ ਤੇ ਕਿਨਾਰੇ ਆਏ ਵੇ ਆ, ਔਰ ਤੁਸੀਂ ਇਹ ਦਰਕਨਾਰ ਨਾ ਕਰੋ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀਆਂ ਕੋਸ਼ਿਸ਼ਾਂ ਮਿਹਨਤਾਂ ਦੇ ਸਦਕਾ ਲੋਕਾਂ ਨੂੰ ਇਹ ਚੀਜ਼ਾਂ ਪ੍ਰਾਪਤ ਹੋਈਆਂ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਨੇ ਕਿਹਾ ਕਿ ਮੋਗੇ ਦਾ ਵਿਧਾਇਕ ਆਪਣੀ ਮਨਮਰਜ਼ੀ ਨਾਲ ਵਿਕਾਸ ਕਾਰਜ ਕਰਵਾ ਰਿਹਾ ਹੈ ਤੇ ਵੱਡੇ ਪੱਧਰ ਤੇ ਨਾਜਾਇਜ਼ ਰੁਪਇਆਂ ਦੀ ਦੁਰਵਰਤੋਂ ਵੀ ਕੀਤੀ ਜਾ ਰਹੀ ਹੈ, ਜਿਸ ਦਾ ਸਾਨੂੰ ਅਫਸੋਸ ਹੈ। ਇਸ ਮੌਕੇ ਤੇ ਕੌਂਸਲਰ ਪ੍ਰੇਮਚੰਦ ਚੱਕੀਵਾਲਾ, ਅਮਰਜੀਤ ਸਿੰਘ ਲੰਡੇ ਕੇ ਦਵਿੰਦਰ ਤਿਵਾੜੀ ਤੋਂ ਇਲਾਵਾ ਹੋਰ ਵਾਸੀਆਂ ਨੇ ਸੰਬੋਧਨ ਕਰਦੇ ਹੋਏ ਮੋਗਾ ਦੇ ਵਿਧਾਇਕ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਇਸ ਨੇ ਮੋਗਾ ਦੇ ਵਿਕਾਸ ਕਾਰਜਾਂ ਨੂੰ ਜਾਣਬੁੱਝ ਕੇ ਰੋਕੀ ਰੱਖਿਆ ਅਤੇ ਕਿਸੇ ਵੀ ਵਾਰਡ ਵਿੱਚ ਕੋਈ ਵੀ ਕੰਮ ਚੱਲਣ ਨਹੀਂ ਦਿੱਤਾ। ਹੁਣ ਜਿੰਨੇ ਵੀ ਕੰਮ ਹਲਕਾ ਵਿਧਾਇਕ ਵੱਲੋਂ ਚਲਾਏ ਜਾ ਰਹੇ ਹਨ, ਉਹ ਸਾਰੇ ਕੰਮ ਸਾਡੇ ਦਸਤਖਤਾਂ ਹੇਠ ਪਾਸ ਹੋਏ ਹਨ। ਪ੍ਰੈਸ ਰੱਖੀ ਉਹਦਾ ਇੱਕ ਮੇਨ ਮਕਸਦ ਹੈ, ਸਾਰੇ ਐਮਸੀ ਸਾਹਿਬਾਨ ਇਕੱਠੇ ਹੋਏ ਆ ਜਿਨ੍ਹਾਂ ਦੀ ਟਰਮ 8 ਮਾਰਚ ਨੂੰ ਖਤਮ ਹੋਈ ਸੀ। ਉਹਦਾ ਮੇਨ ਮਕਸਦ ਇਹ ਹੈ ਇਸ ਪ੍ਰੈਸ ਕਾਨਫਰੰਸ ਕਰਨ ਦਾ, ਅਸੀਂ ਜਦੋਂ ਦੇ ਇਹ ਸਰਕਾਰ ਬਣੀ ਆ ਕਾਂਗਰਸ ਦੀ, ਅਸੀਂ ਐਮਸੀ ਰਹੇ ਹਾਂ ਸਰਕਾਰ ਦੇ ਦੌਰਾਨ, ਸਾਡੇ ਹਰ ਵਿਕਾਸ ਦੇ ਕੰਮ ਦੇ ਵਿੱਚ ਇਹ ਸਰਕਾਰ ਦੁਆਰਾ, ਇਹ ਐਮਐਲਏ ਸਾਹਿਬ ਦੁਆਰਾ ਜਿਹੜਾ ਉਹਦਾ ਅੜਿੱਕਾ ਲਾਇਆ। ਇਸ ਵਾਸਤੇ ਅਸੀਂ, ਤੁਹਾਨੂੰ ਯਾਦ ਹੋਊਗਾ, ਅੱਜ ਤੋਂ ਤਕਰੀਬਨ 1.5-2 ਸਾਲ ਪਹਿਲਾਂ ਅਸੀਂ 1 ਮਹੀਨੇ ਵਾਸਤੇ ਧਰਨਾ ਵੀ ਲਾਇਆ ਗਿਆ ਸੀਗਾ ਕਿ ਸਾਡੇ ਜਿਹੜੇ ਵਿਕਾਸ ਦੇ ਕੰਮਾਂ ਦੇ ਵਿੱਚ ਜਿਹੜੀ ਸਰਕਾਰ ਪੱਖੀ ਜਿਹੜੀ ਆ ਰੋੜੇ ਟਕਾਏ ਜਾ ਰਹੇ ਆ। ਇਸ ਪੋਜੀਸ਼ਨ ਇਹ ਬਣ ਗਈ, ਉਦੋਂ ਵੀ ਸਰਕਾਰ ਨੇ ਸਾਨੂੰ ਕੰਮ ਨਹੀਂ ਕਰਨ ਦਿੱਤਾ ਤੇ ਸਾਡੇ ਕੰਮ ਪਾਸ ਕੋਈ ਨਾ ਕੋਈ ਬਹਾਨਾ ਬਣਾ ਕੇ, ਕੋਈ ਨਾ ਕੋਈ ਟੈਕਨੀਕਲ ਗੱਲ ਰੱਖ ਕੇ ਜਾਂ ਕੋਈ ਕਿਸੇ ਤਰੀਕੇ ਦਾ ਪ੍ਰੋਗਰਾਮ ਬਣਾ ਕੇ ਉਹਨਾਂ ਨੇ ਜਿਹੜਾ ਉਹ ਕੰਮ ਨੂੰ ਰੋਕਿਆ। ਇਸ ਕਰਕੇ ਹੁਣ ਜਿਹੜੀ ਪੋਜੀਸ਼ਨ ਇਹ ਸੀਗੀ, ਪਿੱਛੇ ਜੇ ਸਾਡੇ ਇੱਕ ਕੰਮ ਅਸੀਂ ਪਾਸ ਕਰਾਇਆ ਸੀਗਾ, ਮੇਰੇ ਕੋਲ ਉਹਦੀ ਪਿਕਚਰ ਹੈ ਇਹ ਅਸੀਂ 4/10/2019 ਨੂੰ ਜਿਹੜਾ ਇਹ ਬੈੱਡ ਖੋਲ੍ਹਣੀ ਸੀਗੀ, ਟੈਕਨੀਕਲ ਬੈੱਡ। ਜਿਹੜੀ ਫਾਈਨੈਂਸ਼ੀਅਲੀ ਬੈੱਡ ਸੀਗੀ ਉਹ ਅਗਲੇ ਦਿਨ ਖੋਲ੍ਹਣੀ ਸੀਗੀ। ਜਿਹੜੀ ਫਾਈਨੈਂਸ਼ੀਅਲੀ ਬੈੱਡ ਉਦੋਂ ਜਾਣ ਕੇ ਰੋਕ ਦਿੱਤੀ ਗਈ। ਫਾਈਨੈਂਸ਼ੀਅਲੀ ਬੈੱਡ ਜਿਹੜੀ ਹੈ ਉਹ ਹੁਣ ਸਾਡੀ ਜਦੋਂ ਟਰਮ ਖਤਮ ਹੋਈ 8 ਮਾਰਚ ਉਸ ਤੋਂ ਬਾਅਦ ਖੋਲ੍ਹੀ, ਤੇ ਉਹ ਕੰਮ ਜਿਹੜੇ ਆ ਐਮਐਲਏ ਸਾਹਿਬ ਦੀ ਪੋਜੀਸ਼ਨ ਇਹ ਬਣ ਚੁੱਕੀ ਹੈ, ਉਹ ਜਾਣ ਬੁੱਝ ਕੇ ਜਿਹੜੇ ਐਮਸੀਆਂ ਨੇ ਇਹ ਕੰਮ ਕਰਾਏ ਉਹਨਾਂ ਦੀ ਬੇਇੱਜ਼ਤੀ ਕਰ ਰਹੇ ਆ। ਉਹ ਉਹਨਾਂ ਦੇ ਵਾਰਡ 'ਚ ਜਾ ਕੇ ਉਹਨਾਂ ਦੇ ਘਰ ਦੇ ਕੋਲ ਖੜ੍ਹ ਕੇ ਦੂਸਰੇ ਬੰਦੇ ਨੂੰ ਨਾਲ ਲੈ ਕੇ, ਕੋਈ ਵੀ ਜ਼ਰੂਰੀ ਨਹੀਂ ਸਮਝਦੇ ਵੀ ਉਸ ਜਿਹੜਾ ਜਿਹਨੇ ਇੰਨੇ 5 ਸਾਲ ਨੁਮਾਇੰਦਗੀ ਕੀਤੀ ਇਸ ਵਾਰਡ ਦੀ, ਉਹਨੂੰ ਵੀ ਨਾਲ ਬੁਲਾ ਲਈਏ। ਜਦੋਂ ਕਿ ਇੱਕ ਐਮਐਲਏ ਸਾਹਿਬ ਹੈ, ਐਮਐਲਏ ਸਾਰੇ ਸ਼ਹਿਰ ਦੇ ਆ, ਉਹ ਇਕੱਲੇ ਕਾਂਗਰਸੀਆਂ ਦੇ ਐਮਐਲਏ ਨਹੀਂ ਗੇ। ਜਿਹੜੇ ਐਮਸੀ ਜਿੱਤ ਕੇ ਆਏ ਹੋਏ ਆ, ਜਿੱਤੇ ਹੋਏ ਪੁਰਾਣੇ ਐਮਸੀ ਆ, ਉਹ ਵੀ ਉਹਨਾਂ ਦੇ ਵਸਨੀਕ ਆ ਸ਼ਹਿਰ ਦੇ, ਉਹਨਾਂ ਨੂੰ ਵੀ ਸਤਿਕਾਰ ਮਿਲਣਾ ਚਾਹੀਦਾ ਹੈ। ਪਰ ਐਮਐਲਏ ਸਾਹਿਬ ਦੀ ਇੱਕ ਆਦਤ ਬਣ ਗਈ ਹੈ ਕੀਤੀ ਕਰਾਈ ਚੀਜ਼ ਦੇ ਉੱਪਰ ਠੱਪਾ ਲਾਉਣ ਦੀ। ਮੈਂ ਐਮਐਲਏ ਸਾਹਿਬ ਨੂੰ ਸਿਰਫ ਇੰਨੀ ਗੱਲ ਪੁੱਛਣਾ ਚਾਹੁੰਦਾ, ਜੇਕਰ ਉਹਨਾਂ ਨੇ 8 ਮਾਰਚ ਤੋਂ ਬਾਅਦ ਕੋਈ ਕੰਮ ਪਾਸ ਕਰਾ ਕੇ ਦਿੱਤਾ ਸਾਨੂੰ ਦੱਸਿਆ ਜਾਵੇ। ਦੂਸਰੀ ਗੱਲ, ਪਿਛਲੀ ਵਾਰੀ ਬੜੀ ਕੰਟਰੋਵਰਸੀ ਪੈਦਾ ਹੋਈ ਸੀਗੀ ਕਾਰਪੋਰੇਸ਼ਨ ਦੇ ਵਿੱਚ ਰੂਮ ਨੂੰ ਲੈ ਕੇ। ਐਮਐਲਏ ਸਾਹਿਬ ਨੇ ਉੱਤੇ ਇੱਕ ਰੂਮ ਲਿਆ, ਉਹ ਰੂਮ ਦਾ ਕੋਈ ਸੰਵਿਧਾਨਿਕ ਤੌਰ ਤੇ ਐਮਐਲਏ ਸਾਹਿਬ ਜਿਹੜੇ ਕਾਰਪੋਰੇਸ਼ਨ 'ਚ ਨਹੀਂ ਬਹਿ ਸਕਦੇ, ਅਸੀਂ ਪਹਿਲਾਂ ਵੀ ਪਾਇਆ ਸੀ, ਇਹ ਮਤਾ ਵੀ ਆ ਚੁੱਕਾ। ਅਸੀਂ ਇਹ ਪੁੱਛਣਾ ਚਾਹੁੰਦੇ ਵੀ ਜੋ ਰੂਮ ਦਾ ਖਰਚਾ, ਉਹ ਚਪੜਾਸੀ ਦਾ ਖਰਚਾ, ਉਹ ਏਸੀ ਦਾ ਖਰਚਾ, ਉਹ ਬਿਜਲੀ ਦਾ ਖਰਚਾ, ਉਹ ਕਾਰਪੋਰੇਸ਼ਨ ਕਿਸ ਤਰੀਕੇ ਨਾਲ ਦੇਊਗੀ, ਸਾਨੂੰ ਇੱਕ ਤਾਂ ਦੱਸਿਆ ਜਾਵੇ। ਦੂਸਰੀ ਗੱਲ, ਜੇ ਰਾਸ਼ਨ ਕੋਵਿਡ ਦੀ ਗੱਲ ਆ, ਮਹਾਮਾਰੀ ਦੀ ਪੋਜੀਸ਼ਨ ਬਣੀ ਸੀ। ਮਹਾਮਾਰੀ ਦੇ ਵਿੱਚ ਰਾਸ਼ਨ ਦੀ ਪੋਜੀਸ਼ਨ ਇਹ ਬਣ ਗਈ ਹੈ, 3 ਮਹੀਨੇ ਦਾ ਰਾਸ਼ਨ ਆਇਆ ਸੀਗਾ ਅਪ੍ਰੈਲ ਮਈ ਜੂਨ ਦਾ। 3 ਮਹੀਨੇ 'ਚ 5-5 ਕਿਲੋ ਹਰ ਪਰਸਨ ਨੂੰ ਕਣਕ ਸੀ। 1,42,00,000 ਦਾ ਰਾਸ਼ਨ ਸੀ। ਤਕਰੀਬਨ ਅੱਧੀ ਜਨਸੰਖਿਆ ਜਿਹੜੀ ਪੰਜਾਬ ਦੇ ਵਿੱਚ ਕਵਰ ਹੁੰਦੀ ਸੀ। ਉਹ ਰਾਸ਼ਨ ਪਹਿਲਾਂ ਸਰਕਾਰ ਨੇ ਵੰਡਿਆ ਹੀ ਨਹੀਂ। ਇੱਥੋਂ ਤੱਕ ਕਿ ਪਾਸਵਾਨ ਜੀ ਮਾਨਨੀय ਸਾਡੇ ਜਿਹੜੇ ਖਾਦਿਆ ਮੰਤਰੀ, ਉਹਨੂੰ ਟਵੀਟ ਕਰਨਾ ਪਿਆ ਵੀ 1,42,00,000 ਦਾ ਮੈਂ ਰਾਸ਼ਨ ਭੇਜਿਆ ਤੇ ਸਿਰਫ 1,20,000 ਬੰਦੇ ਨੂੰ ਰਾਸ਼ਨ ਗਿਆ। ਉਹ ਰਾਸ਼ਨ ਜੋ ਜਿਸ ਤਰੀਕੇ ਨਾਲ ਵੰਡਿਆ, ਆਪਾਂ ਸਭ ਨੇ, ਤੁਸੀਂ ਜਾਣਦੇ ਹੋ ਕਿਵੇਂ ਵੰਡਿਆ ਗਿਆ। ਉਹ ਰਾਸ਼ਨ ਐਮਐਲਏ ਸਾਹਿਬ ਜਾ ਕੇ ਡੀਪੂਆਂ ਦੀ ਕਰ ਰਹੇ ਆ। ਮੈਂ ਪੁੱਛਣਾ ਚਾਹੁੰਦਾ ਹਾਂ ਵੀ ਕੀ ਐਮਐਲਏ ਸਾਹਿਬ ਇਹ ਚੀਜ਼ਾਂ ਸ਼ੋਭਦੀਆਂ ਵੀ ਉਹ ਜਾ ਕੇ ਰਾਸ਼ਨ ਤੇ ਪਹਿਲਾਂ ਤਾਂ ਵੰਡਿਆ ਹੀ ਨਹੀਂ ਗਿਆ ਸਹੀ ਤਰੀਕੇ ਨਾਲ। ਉਹਦੀ ਵੀ ਇਨਕੁਆਰੀ ਲੱਗੀ ਆ ਪਿੱਛੇ ਜੇ ਮੈਂ ਲੁਧਿਆਣੇ ਦੀ ਵੇਖ ਰਿਹਾ ਸੀ ਪ੍ਰੈਸ ਕਾਨਫਰੰਸ, ਉਹਦੇ 'ਚ ਉਹਨਾਂ ਨੇ ਸਾਰੇ ਜਿਹੜਾ ਘੁਟਾਲਾ ਹੋਇਆ ਇਹ ਰਾਸ਼ਨ ਦਾ, ਆਸ਼ੂ ਜੀ ਦੇ ਉਹਦੇ ਵਿੱਚ ਉਹ ਜਿਹੜੇ ਮੰਤਰੀ ਇੱਥੋਂ ਦੇ, ਉਹਨਾਂ ਨੇ ਉਹਨੂੰ ਉਜਾਗਰ ਵੀ ਕੀਤਾ ਉਹ ਘੁਟਾਲੇ ਦੀ। ਉਹਦੀ ਇਨਕੁਆਰੀ ਵੀ ਲੱਗੀ ਵੀ ਜਿਹੜਾ ਰਾਸ਼ਨ ਹੈ ਉਹ ਆਇਆ, ਉਹ ਡੰਪ ਕੀਤਾ, ਉਹ ਰਾਸ਼ਨ ਕਿੱਥੇ ਗਿਆ, ਕਿੰਨਾ ਵੰਡਿਆ ਗਿਆ, ਕਿੰਨਾ ਉਹਦੇ 'ਚੋਂ ਰਹਿ ਗਿਆ, ਇਹਦਾ ਕੋਈ ਜਿਹੜਾ ਸਰਕਾਰ ਨਹੀਂ ਦੱਸੇਗੀ। ਦੂਸਰੀ ਗੱਲ,
ਪਿੱਛੇ ਜੇ ਜਥੇਦਾਰ ਜੀ ਦੇ ਭਾਰਤੀ ਜਨਤਾ ਪਾਰਟੀ ਨੇ ਇਕੱਠੇ ਹੋ ਕੇ ਅਸੀਂ ਅਕਾਲੀ ਦਲ ਨੇ ਅਸੀਂ ਜਿਹੜੀ ਆ ਰੋਡ ਬਣਦੀ ਪਈ ਦੀ ਅਸੀਂ 13 ਕਰੋੜ ਰੁਪਈਆ ਲੈ ਕੇ ਆਂਦਾ ਸੀਗਾ ਵੀ ਜਿਹੜੀ ਡਿਵੈਲਪਮੈਂਟ ਰੋਡ ਦੀ ਕੀਤੀ ਜਾਵੇ, ਲੋਕਾਂ ਦੇ ਐਕਸੀਡੈਂਟ ਹੋ ਰਹੇ ਆ। ਉਹਦੇ ਵੀ ਐਮਐਲਏ ਸਾਹਿਬ ਨੇ ਫੋਟੋ ਖਿਚਾ ਕੇ ਆਪਣਾ ਟੱਪਾ ਲਾਤਾ ਵੀ ਇਹ ਮੈਂ ਕਰਾਈ ਆ। ਜਦੋਂ ਕਿ ਸਵੱਛ ਭਾਰਤ ਅਧੀਨ ਪੈਸੇ ਆਏ ਆ ਉਹਦੇ ਵੀ ਟਰੈਕਟਰ ਦੇ ਉੱਪਰ ਚੜ੍ਹ ਕੇ ਫੋਟੋ ਖਿਚਾ ਲਈ ਵੀ ਉਹਨਾਂ ਦੀ ਇੱਕ ਫਿਤਰਤ ਬਣ ਚੁੱਕੀ ਆ ਇਹ ਕਿ ਕਿਸੇ ਦੇ ਕੰਮ ਕੀਤੇ ਆ ਉਹਦੇ ਤੇ ਆਪਣਾ ਟੱਪਾ ਲਾ ਕੇ ਸ਼ੋਅ ਕਰਨਾ ਚਾਹੁੰਦੇ ਵੀ ਕੰਮ ਜਿਹੜੇ ਆ ਉਹ ਸਾਡੇ ਦੁਆਰਾ ਕੀਤੇ ਗਏ, ਜਦੋਂ ਕਿ ਇਹ ਗੱਲ ਬਿਲਕੁਲ ਗਲਤ ਆ। ਸਾਰੀ ਦੁਨੀਆ ਵੀ ਜਾਣਦੀ ਆ, ਪੂਰਾ ਮੋਗਾ ਜਾਣਦਾ ਇਸ ਗੱਲ ਨੂੰ। ਮੋਗਾ ਤੋਂ ਸਰਬਜੀਤ ਰੌਲੀ ਦੀ ਰਿਪੋਰਟ, ਟੇਬਨ ਪੰਜਾਬੀ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਝ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ। ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।